गुड मॉर्निंग स्टूडेंट्स। ਅੱਜ ਦੇ ਇਸ ਲੈਕਚਰ ਦੇ ਵਿੱਚ ਅਸੀਂ ਕਰਾਂਗੇ ਤੁਹਾਡਾ PT2 ਦਾ ਨੈਕਸਟ ਚੈਪਟਰ ਗੁਰੂ ਉਪਦੇਸ਼, ਜੋ ਕਿ ਕਵੀ ਸ਼ਾਇਰ ਪਵਨ ਹਰਚੰਦਪੁਰੀ ਦੁਆਰਾ ਲਿਖਿਆ ਗਿਆ ਹੈ। ਇਹ ਕਵਿਤਾ ਪਵਨ ਹਰਚੰਦਪੁਰੀ ਦੀ ਲਿਖੀ ਹੋਈ ਪੁਸਤਕ ਮਹਾਕਾਵ ਜਨਮ ਏ ਖਾਲਸਾ, ਜੋ ਕਿ ਸਾਡੇ ਸਿੱਖ ਇਤਿਹਾਸ ਦਾ ਵਿਲੱਖਣ ਦਸਤਾਵੇਜ਼ ਹੈ, ਉਸ ਦੇ ਵਿੱਚੋਂ ਲਈ ਗਈ ਹੈ। ਤੇ ਇਹ ਭਾਗ ਉਸ ਦਾ 22ਵਾਂ ਭਾਗ ਹੈ, 22ਵਾਂ ਸਰਗ ਹੈ। ਇਸ ਕਵਿਤਾ ਦੇ ਰਾਹੀਂ ਲੇਖਕ ਨੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਾਜੇ ਗਏ ਖਾਲਸਾ ਪੰਥ ਤੋਂ ਬਾਅਦ ਉਸ ਨੂੰ ਦਿੱਤੇ ਗਏ ਫਰਜ਼ਾਂ ਦੇ ਬਾਰੇ ਸੁਚੇਤ ਰਹਿਣ ਦੀ ਨਸੀਹਤ ਦਿੱਤੀ ਗਈ ਹੈ। ਭਾਵ ਬਰਾਬਰੀ, ਭਗਤੀ, ਕਿਰਤ ਅਤੇ ਧਰਮ ਦੇ ਅਸੂਲਾਂ ਉੱਪਰ ਡਟ ਕੇ ਪਹਿਰਾ ਦੇਣ ਦਾ ਸੰਦੇਸ਼ ਦਿੱਤਾ ਗਿਆ ਹੈ। ਸੋ ਆਓ ਸ਼ੁਰੂ ਕਰਦੇ ਹਾਂ ਕਵਿਤਾ ਗੁਰੂ ਉਪਦੇਸ਼। ਸਭ ਤੋਂ ਪਹਿਲਾਂ ਬੇਟਾ ਅਸੀਂ ਇਹਨਾਂ ਦੇ ਪ੍ਰਸੰਗ ਦੇਖਾਂਗੇ। ਜਦੋਂ ਅਸੀਂ ਪ੍ਰਸੰਗ ਲਿਖਣਾ ਹੁੰਦਾ ਹੈ ਤਾਂ ਇਸ ਕਵਿਤਾ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਕਿਤਾਬ ਦਾ ਨਾਮ, ਉਸ ਤੋਂ ਬਾਅਦ ਲੇਖਕ ਦਾ ਨਾਮ ਅਤੇ ਕਵਿਤਾ ਦਾ ਨਾਮ, ਇਹ ਤਿੰਨੋਂ ਚੀਜ਼ਾਂ ਇਸ ਦੇ ਵਿੱਚ ਦੱਸਣੀਆਂ ਜ਼ਰੂਰੀ ਹੁੰਦੀਆਂ ਹਨ। ਅਤੇ ਉਸ ਤੋਂ ਬਾਅਦ ਇੱਕ ਲਾਈਨ ਦੇ ਵਿੱਚ ਪੂਰੇ ਪੈਰੇ ਦਾ ਭਾਵ ਜਿਹੜਾ ਹੈ ਉਹ ਦੱਸਿਆ ਜਾਣਾ ਚਾਹੀਦਾ ਹੈ। ਸੋ ਆਓ ਸ਼ੁਰੂਆਤ ਕਰਦੇ ਹਾਂ ਪ੍ਰਸੰਗ ਤੋਂ। ਇਹ ਕਾਵਿ ਸਤਰਾਂ ਸਾਡੀ ਪੰਜਾਬੀ ਦੀ ਪਾਠ ਪੁਸਤਕ ਸਾਹਿਤਕ ਕਿਰਨਾਂ ਭਾਗ 2 ਵਿੱਚ ਦਰਜ ਪਵਨ ਹਰਚੰਦਪੁਰੀ ਦੁਆਰਾ ਲਿਖੀ ਹੋਈ ਕਵਿਤਾ ਗੁਰੂ ਉਪਦੇਸ਼ ਵਿੱਚੋਂ ਲਈਆਂ ਗਈਆਂ ਹਨ। ਇਸ ਵਿੱਚ ਕਵੀ ਨੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਾਜੇ ਗਏ ਖਾਲਸਾ ਪੰਥ ਦੀ ਸਿਰਜਣਾ ਤੋਂ ਬਾਅਦ ਖਾਲਸੇ ਨੂੰ ਦਿੱਤੇ ਗਏ ਫਰਜ਼ਾਂ ਪ੍ਰਤੀ ਸੁਚੇਤ ਰਹਿਣ ਦਾ ਉਪਦੇਸ਼ ਦਿੱਤਾ ਗਿਆ ਹੈ। ਵਿਆਖਿਆ: ਦਸੇ ਗੁਰੂਆਂ ਸਿੱਖੀ ਦੀ ਜੋਤ ਬਾਲੀ, ਰੌਸ਼ਨ ਸ਼ਮਾ ਇਹ ਰਹੂਗੀ ਜਗ ਅੰਦਰ, ਨੂਰੀ ਬਾਲੂ ਚਿਰਾਗ ਇਹ ਸੋਚ ਅੰਦਰ, ਸੂਰਜ ਵਾਂਗ ਲਿਸ਼ਕਾਏਗੀ ਮਨ ਮੰਦਰ। ਇਹਨਾਂ ਸਤਰਾਂ ਦੇ ਵਿੱਚ ਕਵੀ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਸਿੱਖ ਇਤਿਹਾਸ ਦੇ ਵਿੱਚ 10 ਗੁਰੂ ਸਾਹਿਬਾਨ ਹੋਏ ਨੇ ਅਤੇ 10 ਗੁਰੂ ਸਾਹਿਬਾਨਾਂ ਨੇ ਸਾਡੇ ਅੰਦਰ ਸਿੱਖੀ ਰੂਪੀ ਜੋਤ ਨੂੰ ਜਗਾਇਆ ਹੈ। ਬਾਲੀ ਤੋਂ ਭਾਵ ਹੈ ਬਾਲਿਆ। ਰੌਸ਼ਨ ਸ਼ਮਾ ਇਹ ਰਹੂਗੀ ਜਗ ਅੰਦਰ, ਅਤੇ ਇਹ ਜਿਹੜੀ ਰੌਸ਼ਨੀ ਗੁਰੂ ਸਾਹਿਬ ਨੇ ਸਾਡੇ ਅੰਦਰ ਗਿਆਨ ਰੂਪੀ ਰੌਸ਼ਨੀ ਪੈਦਾ ਕੀਤੀ ਹੈ, ਇਹ ਸ਼ਮਾ ਹਮੇਸ਼ਾ ਹੀ ਰਹਿੰਦੀ ਦੁਨੀਆ ਤੱਕ ਜਗਦੀ ਰਹੇਗੀ। ਭਾਵ ਸੰਸਾਰ ਨੂੰ ਗਿਆਨ ਦਾ ਚਾਨਣ ਜਿਹੜਾ ਹੈ ਉਹ ਵੰਡਦੀ ਰਹੇਗੀ। ਕੌਣ? ਸਿੱਖੀ ਦੀ ਜੋਤ। ਨੂਰੀ ਬਾਲੂ ਚਿਰਾਗ ਇਹ ਸੋਚ ਅੰਦਰ। ਲੇਖਕ ਕਹਿ ਰਿਹਾ ਹੈ ਕਿ ਇਹ ਸਿੱਖੀ ਦੀ ਜੋਤ ਸਾਡੇ ਅੰਦਰ, ਸਾਡੀ ਸੋਚ ਦੇ ਵਿੱਚ ਇੱਕ ਨਵਾਂ ਚਿਰਾਗ ਬਾਲਣ ਦੀ ਕੋਸ਼ਿਸ਼ ਕਰੇਗੀ। ਨੂਰੀ ਬਾਲੂ, ਨੂਰੀ ਤੋਂ ਭਾਵ ਹੈ ਰੱਬੀ, ਬਾਲੂ ਮਤਲਬ ਬਾਲਣਾ, ਜਲਾਉਣਾ, ਜਗਾਉਣਾ, ਚਿਰਾਗ ਦੀਵਾ ਜਾਂ ਮੋਮਬੱਤੀ। ਇਹ ਸਾਡੀ ਸੋਚ ਨੂੰ ਇੱਕ ਨਵਾਂ ਪੰਧ ਦੇਵੇਗੀ, ਇੱਕ ਨਵਾਂ ਰਸਤਾ ਦੇਵੇਗੀ, ਜੋ ਕਿ ਸਾਡੇ ਮਨ ਰੂਪੀ ਮੰਦਰ ਨੂੰ ਸੂਰਜ ਵਾਂਗ ਲਿਸ਼ਕਾ ਕੇ ਰੱਖੇਗੀ। ਕਹਿਣ ਤੋਂ ਭਾਵ ਇਹ ਹੈ ਕਿ ਸਿੱਖੀ ਦੀ ਜੋਤ ਜੋ ਸਾਨੂੰ 10 ਗੁਰੂ ਸਾਹਿਬਾਨਾਂ ਵੱਲੋਂ ਪ੍ਰਾਪਤ ਹੋਈ ਹੈ, ਉਹ ਗਿਆਨ ਦਾ ਅਜਿਹਾ ਚਾਨਣ ਹੈ ਜਿਸ ਨੂੰ ਪਾ ਕੇ ਮਨੁੱਖ ਆਪਣੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਕਰ ਸਕਦਾ ਹੈ। ਰਹਿਮ ਕਰਮ ਤੇ ਧਰਮ ਦੀ ਸਾਂਝ ਗੂੜੀ, ਕਦੇ ਤੋੜਨੀ ਨਹੀਂ ਤੁਸੀਂ ਮੂਲ ਸਿੰਘੋ, ਸਾੜ ਦੇਵੇ ਇਹ ਅੱਗ ਘਰ ਆਪਣੇ ਵੀ, ਦੇਣੀ ਅੱਗ ਨੂੰ ਕਦੇ ਨਾ ਤੂਲ ਸਿੰਘੋ। ਇਸ ਪੈਰੇ ਦੇ ਵਿੱਚ ਹੁਣ ਕਵੀ ਗੁਰੂ ਸਾਹਿਬ ਜੀ ਵੱਲੋਂ ਖਾਲਸੇ ਨੂੰ ਦਿੱਤੇ ਹੋਏ ਉਪਦੇਸ਼ ਦਾ ਜ਼ਿਕਰ ਕਰਦਾ ਹੋਇਆ ਕਹਿ ਰਿਹਾ ਹੈ ਕਿ ਹਰ ਧਰਮ ਦੇ ਵਿੱਚ ਇਹਨਾਂ 3 ਕਰਮਾਂ ਦੀ ਬਹੁਤ ਮਹਾਨਤਾ ਹੈ: ਰਹਿਮ, ਕਰਮ ਅਤੇ ਧਰਮ। ਭਾਵ ਇਹਨਾਂ ਤਿੰਨਾਂ ਦੀ ਆਪਸ ਦੇ ਵਿੱਚ ਬਹੁਤ ਹੀ ਗੂੜੀ ਸਾਂਝ ਹੈ ਅਤੇ ਸਾਨੂੰ ਇਹ ਸਾਂਝ ਹਮੇਸ਼ਾ ਬਣਾ ਕੇ ਰੱਖਣੀ ਚਾਹੀਦੀ ਹੈ।
ਕਦੇ ਵੀ ਤੋੜਨੀ ਨਹੀਂ ਤੁਸੀਂ ਮੂਲ ਸਿੰਘੋ। ਮੂਲ ਤੋਂ ਭਾਵ ਹੈ ਅਸਲੋਂ, ਜੜ ਤੋਂ ਹੀ, ਮੁੱਢ ਤੋਂ ਹੀ। ਤੇ ਸਿੱਖਾਂ ਨੂੰ ਇਹ ਉਪਦੇਸ਼ ਕਰ ਰਹੇ ਨੇ ਗੁਰੂ ਸਾਹਿਬ, ਤੇ ਤੁਸੀਂ ਇਸ ਧਰਮ ਦੇ ਵਿੱਚ ਰਹਿਣ ਤੇ ਕਰਮ ਦੀ ਸਾਂਝ ਨੂੰ ਕਦੇ ਵੀ ਤੋੜਨਾ ਨਹੀਂ ਹੈ। ਜੇਕਰ ਇਹ ਸਾਂਝ ਸਾਡੇ ਅੰਦਰੋਂ ਟੁੱਟ ਜਾਵੇਗੀ ਤਾਂ ਸਾੜ ਦੇਵੇ ਇਹ ਅੱਗ ਘਰ ਆਪਣੇ ਵੀ, ਤਾਂ ਉਸ ਦੇ ਨਾਲ ਸਾਡੇ ਅੰਦਰ ਈਰਖਾ, ਵੈਰ ਵਿਰੋਧ, ਦਵੈਸ਼ ਤੇ ਨਫ਼ਰਤ ਦੀ ਭਾਵਨਾ ਜਿਹੜੀ ਉਹ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ। ਤੇ ਇਹ ਮਾੜੀ ਭਾਵਨਾ ਸਾਡੇ ਆਪਣੇ ਆਪ ਨੂੰ ਤਾਂ ਸਾੜਦੀ ਹੀ ਹੈ, ਸਗੋਂ ਸਮਾਜ ਨੂੰ ਵੀ ਤਹਿਸ ਨਹਿਸ ਕਰਕੇ ਰੱਖ ਦਿੰਦੀ ਹੈ। ਸੋ ਕਵੀ ਇਹਨਾਂ ਸਤਰਾਂ ਦੇ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਦੇ ਦੁਆਰਾ ਕਹੇ ਗਏ ਉਪਦੇਸ਼ ਨੂੰ ਬਿਆਨ ਕਰਦਾ ਹੋਇਆ ਕਹਿ ਰਿਹਾ ਹੈ ਕਿ ਹੇ ਸਿੱਖੋ, ਸਾਨੂੰ ਕਦੇ ਵੀ ਅਜਿਹੀ ਭੜਕੀ ਹੋਈ ਅੱਗ ਨੂੰ ਹੋਰ ਭੜਕਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਕਿਹੜੀ ਅੱਗ ਨੂੰ? ਨਫ਼ਰਤ ਦੀ ਅੱਗ ਨੂੰ, ਵੈਰ ਵਿਰੋਧ ਦੀ ਅੱਗ ਨੂੰ ਕਦੇ ਵੀ ਭੜਕਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਨਹੀਂ ਤਾਂ ਸਾਡਾ ਆਪਣਾ ਆਪ ਹੀ ਖਤਮ ਹੋ ਜਾਵੇਗਾ। ਗਰਮੀ ਸੋਚ ਤੇ ਭਾਰੂ ਨਾ ਹੋਣ ਦੇਣੀ, ਤਾਈਓ ਰਹੂਗੀ ਹੋਸ਼ ਵਿੱਚ ਸੋਚ ਸਿੰਘੋ। ਗਰਮੀ ਆਵੇ ਜੇ ਸੋਚ ਨੂੰ ਲੂਹਣ ਵਾਲੀ, ਐਸੀ ਗਰਮੀ ਨੂੰ ਲਿਓ ਫਿਰ ਬੋਚ ਸਿੰਘੋ। ਇਹਨਾਂ ਸਤਰਾਂ ਦੇ ਵਿੱਚ ਕਵੀ ਨੇ ਗੁਰੂ ਜੀ ਦੇ ਵੱਲੋਂ ਖਾਲਸੇ ਨੂੰ ਬੇਲੋੜੇ ਜੋਸ਼ ਨਾਲੋਂ ਹੋਸ਼ ਵਿੱਚ ਰਹਿਣ ਦੀ ਨਸੀਹਤ ਦਿੱਤੀ ਹੋਈ ਹੈ। ਗੁਰੂ ਜੀ ਆਪਣਾ ਸੁਨੇਹਾ ਦੇ ਰਹੇ ਨੇ ਕਿ ਹੇ ਸਿੱਖੋ, ਸਾਨੂੰ ਆਪਣੀ ਸੋਚ ਦੇ ਉੱਪਰ ਕਦੇ ਵੀ ਗਰਮੀ ਭਾਵ ਗੁੱਸਾ ਜਿਹੜਾ ਆ ਉਹ ਹਾਵੀ ਨਹੀਂ ਹੋਣ ਦੇਣਾ ਚਾਹੀਦਾ, ਕਿਉਂਕਿ ਗੁੱਸਾ ਸਾਡੇ ਅੰਦਰੋਂ ਹੀ ਅੰਦਰ ਸਾੜ ਕੇ ਰੱਖ ਦਿੰਦਾ ਹੈ। ਜੇਕਰ ਇਹ ਗੁੱਸਾ ਸਾਡੇ ਸੋਚ 'ਤੇ ਹਾਵੀ ਨਹੀਂ ਹੋਵੇਗਾ ਤਾਂ ਹੀ ਅਸੀਂ ਪੂਰੀ ਹੋਸ਼ੋ ਹਵਾਸ ਦੇ ਵਿੱਚ ਰਹਿ ਸਕਦੇ ਹਾਂ। ਗਰਮੀ ਆਵੇ ਜੇ ਸੋਚ ਨੂੰ ਲੂਹਣ ਵਾਲੀ, ਲੂਣ ਤੋਂ ਭਾਵ ਹੁੰਦਾ ਸਾੜ ਕੇ ਰੱਖ ਦੇਣਾ। ਜੇਕਰ ਕਹਿੰਦੇ ਕਿ ਕਿਤੇ ਤੁਹਾਡੇ ਮਨ ਦੇ ਅੰਦਰ ਇਹੋ ਜਿਹੀ ਬਦਲੇ ਦੀ ਭਾਵਨਾ, ਗੁੱਸੇ ਦੀ ਭਾਵਨਾ ਜਾਂ ਜੋਸ਼ ਆ ਵੀ ਜਾਵੇ ਤਾਂ ਐਸੀ ਗਰਮੀ ਨੂੰ ਲਿਓ ਫਿਰ ਬੋਝ ਸਿੰਘੋ। ਤਾਂ ਤੁਸੀਂ ਅਜਿਹੀ ਗਰਮੀ ਨੂੰ ਫਿਰ ਆਪਣੇ ਹੋਸ਼ੋ ਹਵਾਸ ਦੇ ਨਾਲ ਕਾਬੂ ਵਿੱਚ ਕਰ ਲੈਣਾ ਹੈ। ਆਪਣੀ ਕਿਰਤ ਵਿੱਚੋਂ ਕੱਢ ਕੇ ਦਸੌਂਦ ਦਸਵਾਂ, ਲੋੜਵੰਦਾਂ ਦੇ ਲੇਖੇ ਹੈ ਲਾ ਦੇਣਾ। ਭੁੱਖਾ ਕੋਈ ਦੁਆਰੇ ਆ ਟੁੱਕ ਮੰਗੇ, ਭੋਜਨ ਉਸ ਤਾਈਂ ਤੁਸਾਂ ਛਕਾ ਦੇਣਾ। ਬਹੁਤ ਹੀ ਵਧੀਆ ਉਪਦੇਸ਼ ਇਸ ਪਹਿਰੇ ਦੇ ਰਾਹੀਂ ਕਵੀ ਜਿਹੜਾ ਹੈ ਉਹ ਗੁਰੂ ਸਾਹਿਬ ਦਾ ਉਪਦੇਸ਼ ਸਾਡੇ ਸਾਹਮਣੇ ਰੱਖ ਰਿਹਾ ਹੈ। ਗੁਰੂ ਸਾਹਿਬ ਕਹਿ ਰਹੇ ਨੇ ਕਿ ਹਰ ਸਿੱਖ ਦਾ, ਹਰ ਉਸ ਵਿਅਕਤੀ ਦਾ ਜੋ ਖਾਲਸੇ ਧਰਮ ਦੇ ਵਿੱਚ ਪ੍ਰਵੇਸ਼ ਹੈ, ਉਸ ਦਾ ਫਰਜ਼ ਬਣਦਾ ਹੈ ਕਿ ਉਹ ਆਪਣੀ ਨੇਕ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢਣ। ਦਸੌਂਦ ਦਸਵਾਂ, ਆਪਣੀ ਕਮਾਈ ਦਾ 10ਵਾਂ ਹਿੱਸਾ ਲੋੜਵੰਦਾਂ ਦੇ ਲੇਖੇ ਲਾਣ ਦੇਣਾ ਚਾਹੀਦਾ ਹੈ। ਲੇਖੇ ਲਾਉਣਾ, ਕਿਸੇ ਲਾਚਾਰ ਲੋੜਵੰਦ ਦੀ ਮਦਦ ਕਰਨੀ। ਦਸੌਂਦ ਤੋਂ ਭਾਵ ਹੈ ਆਮਦਨ ਦਾ 10ਵਾਂ ਹਿੱਸਾ। ਤੇ ਜੇਕਰ ਸਾਡੇ ਦੁਆਰ ਦੇ ਉੱਤੇ, ਸਾਡੇ ਘਰ ਦੇ ਮੁੱਖ ਦਰਵਾਜ਼ੇ ਦੇ ਉੱਪਰ ਕੋਈ ਭੁੱਖਾ ਆ ਕੇ ਰੋਟੀ ਮੰਗਦਾ ਹੈ ਤਾਂ ਭੋਜਨ ਉਸ ਤਾਈਂ ਤੁਸਾਂ ਛਕਾ ਦੇਣਾ। ਤੇ ਉਸ ਵਿਅਕਤੀ ਨੂੰ ਅਸੀਂ ਰੋਟੀ ਖਵਾ ਕੇ ਉਸ ਦੀ ਭੁੱਖ ਦੂਰ ਕਰਨੀ ਹੈ, ਕਿਉਂਕਿ ਭੁੱਖੇ ਨੂੰ ਰੋਟੀ ਖਵਾਉਣੀ ਵੀ ਸਾਡੇ ਧਰਮ ਦਾ ਮੁੱਢਲਾ ਫਰਜ਼ ਹੈ। ਉੱਚਾ ਨੀਵਾਂ ਨਾ ਕੋਈ ਵੀ ਜਗ ਅੰਦਰ, ਇੱਕੋ ਨੂਰ ਇਲਾਹੀ ਦੇਨੇ ਸਭ ਬੰਦੇ। ਬੰਦੇ ਰੱਬ ਦੇ ਸਮਝ ਕੇ ਪਿਆਰ ਕਰਨਾ, ਨਾ ਬੋਲ ਬੋਲਣੇ ਕਿਸੇ ਨੂੰ ਵੀ ਮੰਦੇ। ਇਹਨਾਂ ਸਤਰਾਂ ਦੇ ਵਿੱਚ ਕਵੀ ਗੁਰੂ ਜੀ ਦੇ ਦੁਆਰਾ ਸਿੱਖਾਂ ਨੂੰ ਨਸੀਹਤ ਦੇ ਰਿਹਾ ਹੈ ਕਿ ਸਾਨੂੰ ਸਾਰਿਆਂ ਨੂੰ ਏਕਤਾ ਵਿੱਚ ਰਹਿਣਾ ਚਾਹੀਦਾ ਹੈ। ਭਾਵ ਇਸ ਸੰਸਾਰ ਦੇ ਵਿੱਚ ਕੋਈ ਵੀ ਵੱਡਾ ਜਾਂ ਛੋਟਾ ਨਹੀਂ ਹੈ, ਕਿਉਂਕਿ ਸਾਰੇ ਇੱਕੋ ਰੱਬ ਦੇ ਬੰਦੇ ਹੀ ਬਣਾਏ ਹੋਏ ਹਨ। ਸਾਰਿਆਂ ਦੇ ਅੰਦਰ ਇੱਕ ਪਰਮਾਤਮਾ ਦਾ ਨੂਰ ਵਸਦਾ ਹੈ।
इस लई सानू सब नू उस परमात्मा दे ही बंदे समझ के प्यार करना चाहिदा है ते कदे भी किसी नू माड़े बोल नहीं बोलने चाहिए। गऊ गरीब ते औरत दी करो राखी, जबर जुलम दे कदे नहीं राह पैना, लालच विच आके धीआं वेचना ना, मूहों मंग के कदे ना दाज लेना। इस पैरे दे विच कवि गुरु जी दे द्वारा अपने खालसे नू नेक ते सदाचारक कदरां कीमतां धारण करन दी सिक्ख्या दिंदा होया कह रहा है कि गुरु जी ने सानू ये हुक्म किया है कि इस जग दे उपर 3 जणियां दी हमेशा कदर करो, राखी करो। वो 3 कौन ने? गऊ, गरीब ते औरत। क्योंकि गऊ नू माता दे रूप दे विच पूजिया जाता है ते गरीब लाचार लोड़वंद व्यक्ति है जिसनू मदद करना साडा हर एक दा फर्ज है। औरत जो कि जग जननी है, जो कि सृष्टि दी रचेता, सृष्टि नू अगे वधाउंदी है, तोरदी है। हर मनुख उस तो ही जन्म लैंदा है। इसलिए गुरु साहिब औरत नू अपमानित नहीं सगों सत्कारत नज़रां नाल और उसकी राखी करन दी नसीहत दिंदे हन, जिस दे नाल साडा आचरण भी शुद्ध रहेगा ते असीं कदे भी जबर जुलम दे राह ते नहीं चलना है। अगों गुरु साहिब उस पुरानी प्रथा का विरोध करते हुए सानू नसीहत दे रहे हैं जिस समय मुगलों के काल विच गरीब लोग लालच दे विच आके अपनियां धीआं नू वेच दिंदे सन ते नाल दी नाल उस समाजिक कुरीति बारे आगाह कर रहे हैं, मूहों मंग के कदे ना दाज लेना। भाव सानू कदे भी अपनियां धीआं नू लालच विच आके वेचना नहीं ते ना ही कदी अपने पुत्र दे विआह दे विच दाज दी मंग करनी है। भाव धीआं दा सत्कार करना, गऊ गरीब दी राखी करनी, ये भी खालसे दा मुढ़ला धर्म है। फसता जुलम दा वड्डना है जिसने, ऐसा रूप शिंगारिया खालसे दा, शर्म धर्म वाला चंगे करम वाला, मैं नवां रंग निखारिया खालसे दा। इस पैरे दे विच कवि गुरु जी दे द्वारा खालसे नू जुलम विरुद्ध डट के लड़न दी नसीहत दे रहा है। कवि आख रहा है कि गुरु जी सानू कहंदे ने कि मैं इहो जिहा खालसा रूप शिंगार दिता है जिसने जुलम दा फसता वड्ड देना है। फसता भाव लड़ाई झगड़ा, फाहा बंधन। ये हुण बंधन किसने वड्डना है, खत्म करना है? खालसे ने, जो कि गुरु गोबिंद सिंह जी ने साजिया है। शर्म धर्म वाला चंगे करम वाला निखारिया, मैं नवां रंग निखारिया खालसे दा। इस तरह बड़े मान दे नाल गुरु साहिब फरमा रहे हैं कि उन्होंने खालसे नू एक नवे रंग दे विच पेश किया है जिस दे अंदर शर्म भी होवेगी, धर्म भी होवेगा ते चंगे कर्म भी होणगे। हर वो व्यक्ति जो धर्म खालसे दे विच प्रवेश करेगा उस दे ये अंदर जिहड़े गुण आ ओह मौजूद होणगे। पंजे बाणियां दे नाल निवाजिया मैं, पंजे देके ककार अज खालसे नू, बाणी बाणे ते युद्ध दी पाण चाड़ी, देके रजमा प्यार अज खालसे नू। इन्हां सतरां दे राही कवि सानू ये कह रहा है कि गुरु जी ने खालसे नू खास विशेषता जड़ी हो बख्शिश की है। वो विशेषता की है? गुरु जी अपने खालसे नू संबोधन होके कह रहे हैं कि मैं अपने खालसा नू 5 बाणियां दी शक्ति दे नाल तैयार किया है ते नाल दी नाल
5 ਕਕਾਰ ਉਹਨਾਂ ਨੂੰ ਧਾਰਨ ਕਰਵਾਏ ਨੇ, ਜੋ ਕਿ ਉਹਨਾਂ ਦੀ ਖਾਸ ਪਹਿਚਾਣ ਹੈ। ਉਹ 5 ਬਾਣੀਆਂ ਦੇ ਨਾਮ ਜਪਜੀ ਸਾਹਿਬ, ਜਾਪ ਸਾਹਿਬ, ਤਪ ਪ੍ਰਸਾਦ ਸਵਈਏ, ਚੌਪਈ ਸਾਹਿਬ ਤੇ ਆਨੰਦ ਸਾਹਿਬ। ਇਹਨਾਂ 5 ਬਾਣੀਆਂ ਦਾ ਜਾਪ ਹਰ ਖਾਲਸੇ ਲਈ ਨਿਤਨੇਮ ਹੈ, ਭਾਵ ਰੋਜ਼ ਇਹਨਾਂ ਬਾਣੀ ਦਾ ਜਾਪ ਕਰਨਾ ਹੈ। ਤੇ ਨਾਲ ਦੀ ਨਾਲ ਉਹਨਾਂ ਨੇ 5 ਕਕਾਰ ਜੋ ਕਿ ਕੱਕੇ ਤੋਂ ਸ਼ੁਰੂ ਹੁੰਦੇ ਨੇ, ਕੇਸ, ਕੰਘਾ, ਕੜਾ, ਕਛਹਿਰਾ ਤੇ ਕਿਰਪਾਨ ਬਖਸ਼ਿਸ਼ ਕੀਤੀ ਹੈ। ਤੇ ਖਾਲਸੇ ਨੂੰ ਬਾਣੀ ਤੇ ਬਾਣੇ ਦਾ ਬਖਸ਼ਿਸ਼ ਕਰਕੇ ਯੁੱਧ ਦੀ ਨਾਲ ਹੀ ਬਖਸ਼ਿਸ਼ ਕੀਤੀ ਹੈ, ਸਿਖਲਾਈ ਪ੍ਰਦਾਨ ਕੀਤੀ ਹੈ ਕਿ ਜੇਕਰ ਸਾਡੇ ਦੇਸ਼ 'ਤੇ ਕੋਈ ਭੀੜ ਆ ਬਣੇ ਤਾਂ ਉਸ ਖਾਲਸੇ ਨੂੰ ਫਿਰ ਜੰਗ ਦੇ ਮੈਦਾਨ ਵਿੱਚ ਵੀ ਵੀਰਤਾ ਦੇ ਨਾਲ ਲੜਨ ਦੇ ਲਈ ਤਿਆਰ ਕੀਤਾ ਹੈ। ਦੇ ਕੇ ਰਜਮਾ ਪਿਆਰ ਅੱਜ ਖਾਲਸੇ ਨੂੰ। ਤੇ ਇਸ ਤਰ੍ਹਾਂ ਗੁਰੂ ਸਾਹਿਬ ਨੇ ਉਸ ਖਾਲਸੇ ਦੇ ਵਿੱਚ ਆਪਣਾ ਵੱਧ ਤੋਂ ਵੱਧ ਪਿਆਰ ਜਿਹੜਾ ਆ ਉਹ ਭਰ ਦਿੱਤਾ ਹੈ। ਟੱਕਰ ਲਊ ਜੋ ਜ਼ੁਲਮ ਦੇ ਨਾਲ ਸੂਰਾ, ਜੁੱਦਾਂ ਵਿੱਚ ਮੈਂ ਉਸ ਦਾ ਸਾਥ ਦੇਣਾ, ਲਾਲੋ ਦਲਿਤ ਗਰੀਬਾਂ ਦਾ ਸਾਥ ਦੇ ਕੇ ਜ਼ਾਲਮ ਭੂਪਾਂ ਨੂੰ ਹਰ ਪਲ ਮਾਤ ਦੇਣਾ। ਇਸ ਪੈਰੇ ਦੇ ਰਾਹੀਂ ਕਵੀ ਕਹਿੰਦਾ ਹੈ ਕਿ ਗੁਰੂ ਸਾਹਿਬ ਸਾਨੂੰ ਉਪਦੇਸ਼ ਕਰ ਰਹੇ ਹਨ ਕਿ ਉਹ ਵਿਅਕਤੀ ਜਿਹੜਾ ਪੂਰੀ ਵੀਰਤਾ ਦੇ ਨਾਲ ਜ਼ੁਲਮ ਦੇ ਨਾਲ ਮੁਕਾਬਲਾ ਕਰੇਗਾ, ਟੱਕਰ ਲਵੇਗਾ, ਮੈਂ ਆਪ ਉੱਥੇ ਯੁੱਧ ਦੇ ਮੈਦਾਨ ਦੇ ਵਿੱਚ ਉਹਦਾ ਸਾਥ ਦੇਵਾਂਗਾ। ਇਸ ਤੋਂ ਅੱਗੇ ਗੁਰੂ ਸਾਹਿਬ ਜੀ ਸਮਝਾਉਂਦੇ ਹਨ ਕਿ ਅਸੀਂ ਹਮੇਸ਼ਾ ਭਾਈ ਲਾਲੋ ਵਰਗੇ ਗਰੀਬ ਦੇ ਗੁਰਬੇ ਦੀ ਮਦਦ ਕਰਨੀ ਹੈ ਤੇ ਉਹਨਾਂ ਜ਼ਾਲਮ ਰਾਜਿਆਂ ਨੂੰ ਅਸੀਂ ਮਾਤ ਦੇਣੀ ਹੈ, ਭਾਵ ਹਰ ਹੀਲੇ ਹਾਰ ਮਕਾਉਣਾ ਹੈ ਜੋ ਕਿ ਇਹਨਾਂ ਦਲਿਤਾਂ ਦੇ ਉੱਪਰ, ਗਰੀਬਾਂ ਦੇ ਉੱਪਰ ਅਤਿਆਚਾਰ ਕਰਦੇ ਹਨ। ਇੱਕੋ ਬਾਟੇ ਵਿੱਚ ਅੰਮ੍ਰਿਤ ਤੁਸੀਂ ਛਕਿਆ, ਰਹੀ ਜਾਤ ਨਾ ਪਾਤ ਅੱਜ ਖਾਲਸੇ ਦੀ, ਇੱਕੋ ਰੂਪ ਸਰੂਪ ਅਤੇ ਧਰਮ ਇੱਕੋ, ਸਾਂਝੀ ਵਾਲਤਾ ਦਾਤ ਅੱਜ ਖਾਲਸੇ ਦੀ। ਇਸ ਪੈਰੇ ਦੇ ਵਿੱਚ ਗੁਰੂ ਸਾਹਿਬ ਦੁਆਰਾ ਅੰਮ੍ਰਿਤ ਦੀ ਦਾਤ ਜਦੋਂ ਖਾਲਸੇ ਨੂੰ ਬਖਸ਼ਿਸ਼ ਕੀਤੀ, ਉਸ ਦਾ ਵਰਣਨ ਕਰਦਾ ਹੋਇਆ ਕਵੀ ਕਹਿ ਰਿਹਾ ਹੈ ਕਿ ਗੁਰੂ ਜੀ ਸਾਨੂੰ ਸੰਬੋਧਨ ਕਰਦੇ ਹਨ ਕਿ ਅੱਜ ਤੁਹਾਨੂੰ ਇੱਕੋ ਬਾਟੇ ਦੇ ਵਿੱਚ ਮੈਂ ਅੰਮ੍ਰਿਤ ਤਿਆਰ ਕਰਕੇ ਉਹ ਛਕਾਇਆ ਹੈ, ਪਿਲਾਇਆ ਹੈ, ਜਿਸ ਦੇ ਨਾਲ ਤੁਹਾਡੇ ਅੰਦਰੋਂ ਜਾਤ ਪਾਤ ਦਾ ਭੇਦਭਾਵ, ਵਿਤਕਰਾ ਖਤਮ ਹੋ ਗਿਆ ਹੈ ਤੇ ਤੁਸੀਂ ਇੱਕ ਰੂਪ ਬਣ ਗਏ ਹੋ, ਪਰਮਾਤਮਾ ਦਾ ਸਰੂਪ ਬਣ ਗਏ ਹੋ, ਤੁਹਾਡਾ ਧਰਮ ਇੱਕ ਬਣ ਗਿਆ ਹੈ ਤੇ ਤੁਸੀਂ ਖਾਲਸਾ ਅਖਵਾਓਗੇ। ਸਾਂਝੀ ਵਾਲਤਾ ਦਾਤ ਅੱਜ ਖਾਲਸੇ ਦੀ। ਤੇ ਇਸ ਖਾਲਸੇ ਦੀ, ਇਸ ਨਵੇਂ ਧਰਮ ਦੀ ਨਿਸ਼ਾਨੀ ਕੀ ਹੋਏਗੀ? ਸਾਂਝੀ ਵਾਲਤਾ, ਭਾਵ ਜੋ ਵੀ ਖਾਲਸਾ ਧਰਮ ਦੇ ਵਿੱਚ ਪ੍ਰਵੇਸ਼ ਕਰੇਗਾ ਉਸ ਦੇ ਜਾਤ ਪਾਤ ਭੇਦਭਾਵ ਸਾਰੇ ਮਿਟ ਗਏ ਹਨ ਤੇ ਉਹ ਸਭ ਇੱਕ ਮਿੱਕ ਸਾਂਝੀ ਵਾਲਤਾ ਭਾਵ ਇਕੱਠਤਾ ਦੇ ਵਿੱਚ ਵੱਜ ਜਾਵੇਗਾ। ਮੁਨਕਰ ਜਦੋਂ ਅਸੂਲਾਂ ਤੋਂ ਪੰਥ ਹੋਇਆ, ਮੈਂ ਨਹੀਂ ਸਾਥ ਹੋਣਾ ਇਹ ਸਮਝ ਲੈਣਾ, ਮੇਰੀ ਹੋਂਦ ਹੈ ਸਿਧਾਂਤ ਦੇ ਸੱਚ ਅੰਦਰ, ਲੱਭਣਾ ਹੋਊ ਇਹਨਾਂ ਚੋਂ ਰਮਜ਼ ਲੈਣਾ। ਬਹੁਤ ਹੀ ਗੁੱਝਾ ਭੇਦ ਕਵੀ ਇਹਨਾਂ ਸਤਰਾਂ ਦੇ ਰਾਹੀਂ ਸਪਸ਼ਟ ਕਰ ਰਿਹਾ ਹੈ ਕਿ ਜੇਕਰ ਗੁਰੂ ਸਾਹਿਬ ਆਖ ਰਹੇ ਹਨ ਕਿ ਜੇਕਰ ਮੇਰਾ ਬਣਾਇਆ ਹੋਇਆ ਖਾਲਸਾ, ਸਾਜਿਆ ਹੋਇਆ ਖਾਲਸਾ ਇਹਨਾਂ ਉਪਰੋਕਤ ਅਸੂਲਾਂ ਤੋਂ ਮੁਨਕਰ ਹੋ ਜਾਵੇਗਾ, ਮੁਨਕਰ ਭਾਵ ਮਨਾ ਕਰੇਗਾ, ਇਹਨਾਂ ਤੋਂ ਰਹਿਤ ਹੋ ਜਾਵੇਗਾ, ਤੇ ਮੈਂ ਕਦੇ ਵੀ ਉਹਨਾਂ ਵਿਅਕਤੀਆਂ ਦਾ, ਉਹਨਾਂ ਖਾਲਸੇ ਦੇ ਲੋਕਾਂ ਦਾ ਸਾਥ ਨਹੀਂ ਦੇਵਾਂਗਾ। ਕਿਉਂ? ਮੇਰੀ ਹੋਂਦ ਹੈ ਸੱਚ ਦੇ ਸਿਧਾਂਤ ਅੰਦਰ। ਅੱਗੋਂ ਗੁਰੂ ਸਾਹਿਬ ਆਪ ਹੀ ਉਸ ਦਾ ਕਾਰਨ ਦੱਸ ਰਹੇ ਹਨ। ਕਹਿੰਦੇ ਕਿ ਜਿੱਥੇ ਸੱਚ ਪ੍ਰਧਾਨ ਹੋਵੇਗਾ
मैं उत्थे ही मौजूद होवांगा। ਲੱਭਣਾ ਹੋਊ ਇਹਨਾਂ 'ਚੋਂ ਰਮਜ਼ ਲੈਣਾ। कि जेकर तुसी मेरे इन्हां बोलों दे विचों सचमुच ही भेद लभना है तो मैं कहना की चाह रहा हाँ तो तुसी खालसा धर्म दे विच प्रवेश हो के इस रमज़ दा इस भेद दा जिहड़ा पता है वो लगा सकते हो।